जिस मोर्चे ते उस दिन मैं सी राजस्थान वाले मोर्चे ते उत्ते 26 तरीक नूं ही उजाड़ दिता गया। 27 तरीक नूं गाजीपुर वाला मोर्चा जिस ते नवरीत की शहादत हुई वो भी बिल्कुल उजड़न के कगार ते सी और आखिरी लम्हे टकैत साहब ने उस मोर्चे नूं बचा लिया। एक ने नवरीत की शहादत साडे सदमे साडा परिवार सारा जिवें डुब्बिया होया सी ते दूजे बन्ने मोर्चे दीयां ये खबरां साडे लई बहुत मोर्चा इसे तरह ही उखड़ गया बिना किसी प्राप्ति तो चले गया तो असी नवरीत की शहादत में किस खाते में कि किसान मोर्चे के आगुआं की कंड नंगी हो गई है तो उन्होंने जिहो जे मर्जी असी समझौतियां से दस्तखत करवा लवांगे तो असी ऐसा होण नहीं देवांगे। परम सत्कारयोग मेरे नौजवान बच्चों बजुर्गों मेरियो माताओं मेरियो भैनों वाहिगुरू जी का खालसा वाहिगुरू जी की फतेह। सब तो पहला तुहाडा सारिਆਂ ਦਾ ਧੰਨਵਾਦ। ਤੁਸੀਂ ਨਵਰੀਤ ਦੀ ਸ਼ਹਾਦਤ ਨੂੰ ਆਪਣੇ ਦਿਲ ਵਿੱਚ ਥਾਂ ਦਿੱਤੀ, ਉਸ ਨੂੰ ਮਾਣ ਦਿੱਤਾ ਔਰ ਉਸ ਦੇ ਪਰਿਵਾਰ ਨੂੰ ਹੌਸਲਾ ਦਿੱਤਾ। ਇਸ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਜਾਣਦੇ ਹੋ 26 ਜਨਵਰੀ ਨੂੰ ਨਵਰੀਤ ਦੀ ਸ਼ਹਾਦਤ ਹੋਈ ਔਰ ਉਸ ਤੋਂ ਬਾਅਦ ਜਦੋਂ ਨਵਰੀਤ ਦੀ ਸ਼ਹਾਦਤ ਦੀਆਂ ਅੰਤਿਮ ਰਸਮਾਂ ਅਸੀਂ ਕਰ ਰਹੇ ਸੀ, ਇੱਕ ਬੰਨੇ ਸਾਡਾ ਪਰਿਵਾਰ ਬਹੁਤ ਗਹਿਰੇ ਸਦਮੇ ਵਿੱਚ ਡੁੱਬਾ ਹੋਇਆ ਸੀ ਤੇ ਦੂਜੇ ਬੰਨੇ ਮੋਰਚੇ ਦੀਆਂ ਬਹੁਤ ਹੀ ਮੰਦਭਾਗੀਆਂ ਜਿਹੜੀਆਂ ਅਫਵਾਹਾਂ ਜਿਹੜੇ ਸੁਨੇਹੇ ਸਾਨੂੰ ਮਿਲ ਰਹੇ ਸੀ ਉਹ ਉਸ ਤੋਂ ਵੀ ਵੱਡੀ ਤਕਲੀਫ ਦੇ ਰਹੇ ਸੀ। ਕਿਉਂਕਿ ਜਿਸ ਮੋਰਚੇ 'ਤੇ ਉਸ ਦਿਨ ਮੈਂ ਸੀ ਰਾਜਸਥਾਨ ਵਾਲੇ ਮੋਰਚੇ 'ਤੇ ਉੱਤੇ 26 ਤਰੀਕ ਨੂੰ ਹੀ ਉਜਾੜ ਦਿੱਤਾ ਗਿਆ ਸੀ। 27 ਤਰੀਕ ਨੂੰ ਗਾਜ਼ੀਪੁਰ ਵਾਲਾ ਮੋਰਚਾ ਜਿਸ 'ਤੇ ਨਵਰੀਤ ਦੀ ਸ਼ਹਾਦਤ ਹੋਈ ਉਹ ਵੀ ਬਿਲਕੁਲ ਉਜੜਨ ਦੇ ਕਗਾਰ 'ਤੇ ਸੀ ਔਰ ਆਖਰੀ ਲम्हे ਟਕੈਤ ਸਾਹਿਬ ਨੇ ਉਸ ਮੋਰਚੇ ਨੂੰ ਬਚਾ ਲਿਆ। ਉਸ ਤੋਂ ਬਾਅਦ ਜਿਸ ਤਰ੍ਹਾਂ ਸਿੰਘੂ ਬਾਰਡਰ 'ਤੇ ਹਮਲੇ ਹੋਏ 2-3 ਦਿਨ ਲਗਾਤਾਰ BJP RSS ਦੇ ਗੁੰਡਿਆਂ ਨੇ ਇਸ ਨੂੰ ਉਜਾੜਨ ਦੀ ਕੋਸ਼ਿਸ਼ ਕੀਤੀ, ਉਹ ਉਸ ਤੋਂ ਵੀ ਵੱਡੀ ਚਿੰਤਾ ਦਾ ਵਿਸ਼ਾ ਸੀ। ਇੱਕ ਬੰਨੇ ਨਵਰੀਤ ਦੀ ਸ਼ਹਾਦਤ ਸਾਡੇ ਸਦਮੇ ਸਾਡਾ ਪਰਿਵਾਰ ਸਾਰਾ ਜਿਵੇਂ ਡੁੱਬਿਆ ਹੋਇਆ ਸੀ ਤੇ ਦੂਜੇ ਬੰਨੇ ਮੋਰਚੇ ਦੀਆਂ ਇਹ ਖਬਰਾਂ ਸਾਡੇ ਲਈ ਬਹੁਤ ਤਕਲੀਫ ਦੇ ਸੀ। ਸਾਨੂੰ ਇੰਝ ਲੱਗਦਾ ਸੀ ਕਿ ਜਿਸ ਕਾਜ ਲਈ ਨਵਰੀਤ ਦੀ ਸ਼ਹਾਦਤ ਹੋਈ ਹੈ ਜੇ ਮੋਰਚਾ ਇਸੇ ਤਰ੍ਹਾਂ ਹੀ ਉਖੜ ਗਿਆ ਬਿਨਾਂ ਕਿਸੇ ਪ੍ਰਾਪਤੀ ਤੋਂ ਚਲੇ ਗਿਆ ਤਾਂ ਅਸੀਂ ਨਵਰੀਤ ਦੀ ਸ਼ਹਾਦਤ ਨੂੰ ਕਿਸ ਖਾਤੇ ਵਿੱਚ ਪਾਵਾਂਗੇ। ਇਸ ਲਈ ਕਿਉਂਕਿ ਮੈਂ ਪਿਛਲੇ 40 ਸਾਲ ਤੋਂ ਪੰਜਾਬ ਦੇ ਸੰਘਰਸ਼ ਨਾਲ ਜੁੜਿਆ ਹੋਇਆ ਹਾਂ, ਮੇਰੇ ਪਿੱਛੇ ਮੇਰਾ ਇਤਿਹਾਸ ਖੜਾ ਹੈ। ਮੈਂ ਉਸ ਸਮੇਂ ਫੈਸਲਾ ਕਰਨਾ ਸੀ ਕਿ ਮੈਂ ਆਪਣੇ ਪਰਿਵਾਰਕ ਸਦਮੇ ਵਿੱਚ ਡੁੱਬ ਕੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਮੂੰਹ ਮੋੜ ਲੈਣਾ ਹੈ ਜਾਂ ਮੈਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣਾ। ਸੋ ਮੈਂ ਪਹਿਲ ਤਰਜੀਹ ਜਿਹੜੀ ਇਤਿਹਾਸ ਦੇ ਰੌਸ਼ਨੀ ਵਿੱਚ ਬਣਦੀ ਸੀ ਮੈਂ ਉਸੇ ਨੂੰ ਦਿੱਤੀ। ਮੈਂ ਮੋਰਚੇ ਨਾਲ ਖੜਾ ਹੋਇਆ, ਮੈਂ ਆਪਣੇ ਪਰਿਵਾਰ ਦੇ ਸਦਮੇ ਤੋਂ ਬਾਹਰ ਨਿਕਲਿਆ। ਤੁਸੀਂ ਸਾਰੇ ਜਾਣਦੇ ਹੋ ਕਿ 26 ਤਰੀਕ ਨੂੰ ਮੋਰਚਾ ਉਹਨਾਂ ਘਟਨਾਵਾਂ ਤੋਂ ਬਾਅਦ ਮੂੰਹ ਦੇ ਮੂੰਹ ਡਿੱਗ ਪਿਆ ਸੀ। ਮੋਰਚੇ ਦੇ ਆਗੂਆਂ ਵੱਲੋਂ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਆਈ ਉਸ ਨੇ ਨੌਜਵਾਨਾਂ ਵਿੱਚ ਵੱਡੇ ਰੰਜ ਪੈਦਾ ਕੀਤੇ। ਆਪਸੀ ਵਿੱਚ ਜਿਹੜੇ ਉਹਨਾਂ ਬਿਆਨਾਂ ਤੋਂ ਬਾਅਦ ਵਿਰੋਧਾਭਾਸ ਪੈਦਾ ਹੋਏ ਉਹਨੇ ਮੋਰਚੇ ਨੂੰ ਕਮਜ਼ੋਰ ਕੀਤਾ। ਇਸੇ ਤੋਂ ਹੀ ਜਿਹੜੀ ਸਾਡੀ ਸਰਕਾਰ ਸੀ ਸਾਡੇ ਮੋਰਚੇ ਦੇ ਖਿਲਾਫ ਵੱਡਾ ਪੈਂਤੜਾ ਲੈ ਗਈ ਔਰ ਮੋਰਚੇ ਦੇ ਆਗੂਆਂ ਨੂੰ ਬੈਕਫੁੱਟ 'ਤੇ ਲੈ ਗਈ, ਜਿਹੜਾ 26 ਜਨਵਰੀ ਤੋਂ ਪਹਿਲਾਂ ਪੂਰੀ ਚੜ੍ਹਤ ਵਿੱਚ ਸੀ। ਹੁਣ ਸਾਡੀ ਜਿਹੜੀ ਜ਼ਿੰਮੇਵਾਰੀ ਬਣਦੀ ਸੀ ਕਿ ਅਸੀਂ ਮੋਰਚੇ ਨੂੰ ਦੁਬਾਰਾ ਉਹਦੇ ਪੈਰਾਂ 'ਤੇ ਖੜਾ ਕਿਵੇਂ ਕਰੀਏ। ਇਸ ਲਈ ਅਸੀਂ ਯਤਨ ਸ਼ੁਰੂ ਕੀਤੇ, ਮੀਟਿੰਗਾਂ ਸ਼ੁਰੂ ਕੀਤੀਆਂ, ਲੋਕਾਂ ਵਿੱਚ ਜਾਣਾ ਸ਼ੁਰੂ ਕੀਤਾ। ਸਾਰੇ ਹਾਲਾਤਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਅਸੀਂ 7 ਮਾਰਚ ਨੂੰ ਇੱਕ ਅਰਦਾਸ, ਕਿਉਂਕਿ ਸਿੱਖ ਦਾ ਅਕੀਦਾ ਗੁਰੂ ਗ੍ਰੰਥ ਸਾਹਿਬ 'ਤੇ ਹੈ, ਉਸਨੇ ਆਪਣੀ ਵੇਦਨਾ ਗੁਰੂ ਸਾਹਿਬ ਅੱਗੇ ਹੀ ਰੱਖਣੀ ਹੁੰਦੀ ਹੈ। ਅਸੀਂ ਸੰਘੂ ਬਾਰਡਰ 'ਤੇ ਇੱਕ ਅਰਦਾਸ ਕੀਤੀ, ਅਰਦਾਸ ਦਿਵਸ ਰੱਖਿਆ। ਉਸ ਵਿੱਚ ਅਸੀਂ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਸੱਦਾ ਦਿੱਤਾ, ਸਾਰੀਆਂ ਧਾਰਮਿਕ ਸੰਸਥਾਵਾਂ ਨੂੰ ਸੱਦਾ ਦਿੱਤਾ, ਨੌਜਵਾਨਾਂ ਨੂੰ ਬੁਲਾਇਆ, ਜਿਹੜੇ ਹੋਰ ਸੇਵਾ ਕਰ ਰਹੇ ਲੋਕ ਸੀ ਉਹਨਾਂ ਸਾਰਿਆਂ ਨੂੰ ਸੱਦਾ ਦਿੱਤਾ। ਨਿਹੰਗ ਸਿੰਘ ਜਥੇਬੰਦੀਆਂ ਆਈਆਂ, ਭਰਵੀਂ ਗਿਣਤੀ ਸੀ, ਭਰਵਾਂ ਇਕੱਠ ਸੀ। ਸਾਰੀਆਂ ਜਥੇਬੰਦੀਆਂ ਕਿਸਾਨ ਆਗੂਆਂ ਦੀਆਂ ਪਹਿਲੀ ਵਾਰ ਇੱਕ ਮੰਚ 'ਤੇ ਇਕੱਠੀਆਂ ਸੀ। ਉਸ ਦਿਨ ਅਸੀਂ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕੀਤੀ ਔਰ ਇੱਕ ਅਹਿਦ ਕੀਤਾ ਕਿ ਜਿਹੜੀਆਂ ਮੋਰਚੇ ਵਿੱਚ ਕਮਜ਼ੋਰੀਆਂ ਆਈਆਂ ਹਨ, ਜਿਹੜੇ ਵਖਰੇਵੇਂ ਹਨ, ਜਿਹੜੇ ਸਾਡੇ ਆਪਸੀ ਜਿਹੜਾ ਨਿਰਾਸ਼ਾ ਹੈ, ਅਸੀਂ ਉਸ ਤੋਂ ਬਾਹਰ ਆਉਣਾ ਹੈ। ਔਰ ਸਾਰੀ ਜਥੇਬੰਦੀਆਂ ਨੇ ਯਕੀਨ ਦਿਵਾਇਆ ਕਿ ਅਸੀਂ ਸਾਰੇ ਇਕੱਠੇ ਹੋ ਕੇ ਫਿਰ ਪਹਿਲਾਂ ਦੀ ਤਰ੍ਹਾਂ ਇਸ ਮੋਰਚੇ ਨੂੰ ਮਜ਼ਬੂਤ ਕਰਾਂਗੇ। ਕਿਉਂਕਿ ਸਰਕਾਰ ਜਿਹੜੇ ਹੁਣ ਫੂਲ ਸਾਹਿਬ ਕਹਿ ਕੇ ਗਏ ਨੇ ਔਰ ਸਾਡੇ ਜਿਹੜੇ ਆਗੂਆਂ ਦੇ ਬਿਆਨ ਆਏ ਨੇ
ਉਹ ਐਵੇਂ ਨਹੀਂ ਆਏ। ਉਹਨਾਂ ਨੂੰ ਕਮਜ਼ੋਰੀਆਂ ਉਹਨਾਂ ਦੇ ਅੰਦਰ ਆਈਆਂ, ਕਿਉਂਕਿ ਮੋਰਚਾ ਕਮਜ਼ੋਰ ਹੋਇਆ, ਮੋਰਚੇ 'ਚ ਬਖਰਾਵ ਆਇਆ, ਨੌਜਵਾਨ ਨਿਰਾਸ਼ ਹੋਏ, ਇਹ ਸਾਰੀਆਂ ਚੀਜ਼ਾਂ ਹੋਈਆਂ। ਇਸ ਲਈ ਇਹ ਬਿਆਨ ਹੈ। ਇਹਨਾਂ ਚੀਜ਼ਾਂ ਦੀ ਰੋਕਥਾਮ ਕਰਨ ਵਾਸਤੇ ਹੀ ਲਗਾਤਾਰ 13 ਫਰਵਰੀ ਤੋਂ ਮੈਂ ਲਗਾਤਾਰ ਯਤਨ ਕਰ ਰਿਹਾ, ਕਿਉਂਕਿ ਨਵਰੀਤ ਦੀ ਸ਼ਹਾਦਤ ਤੋਂ ਬਾਅਦ ਜਿਹੜਾ ਸਾਨੂੰ ਇਸ ਮੇਰੀ ਕੌਮ ਨੇ, ਕਿਸਾਨਾਂ ਜਥੇਬੰਦੀਆਂ ਨੇ ਜਿਹੜਾ ਮਾਣ ਦਿੱਤਾ ਹੈ, ਉਸ ਨੂੰ ਧਿਆਨ ਵਿੱਚ ਰੱਖਦਿਆਂ ਮੇਰੀ ਜ਼ਿੰਮੇਵਾਰੀ ਬਣਦੀ ਸੀ ਕਿ ਮੈਂ ਸਾਰਿਆਂ ਨੂੰ ਇੱਕ ਮੰਚ 'ਤੇ ਲੈ ਕੇ ਆਵਾਂ। ਹੁਣ ਇਹ ਸਾਰੀਆਂ ਜਥੇਬੰਦੀਆਂ ਇੱਕ ਮੰਚ 'ਤੇ ਨੇ, ਇੱਕ ਸੁਰ ਨੇ। ਬੇਸ਼ੱਕ ਸੁਰ ਅਜੇ ਵੀ ਬਹੁਤ ਸਾਡੇ ਵਿੱਚ ਹੈਗੀਆਂ ਨੇ ਕਮੀਆਂ, ਜਿਨ੍ਹਾਂ ਨੂੰ ਅਸੀਂ ਦੂਰ ਕਰਨਾ, ਪਰ ਅਸੀਂ ਨੇੜ ਭਵਿੱਖ ਵਿੱਚ ਕਰ ਲਵਾਂਗੇ, ਮੈਨੂੰ ਯਕੀਨ ਹੈ। ਹੁਣ ਦੂਜੀ ਸਿਰ ਜਿਹੜੀ ਵੱਡੀ ਗੱਲ ਸੀਗੀ ਬਈ ਨੌਜਵਾਨ ਜਿਹੜਾ ਮੋਰਚੇ ਤੋਂ ਨਿਰਾਸ਼ ਹੋ ਕੇ ਘਰਾਂ ਨੂੰ ਪਰਤ ਗਿਆ, ਉਹਨਾਂ ਨੂੰ ਵਾਪਸ ਮੋਰਚੇ ਵਿੱਚ ਕਿਵੇਂ ਲੈ ਕੇ ਆਉਣਾ। ਜਿਵੇਂ ਲੱਖੇ ਸਿਧਾਣੇ, ਦੀਪ ਸਿੱਧੂ ਦਾ ਵੀ ਵਾਰ-ਵਾਰ ਜ਼ਿਕਰ ਆਉਂਦਾ ਰਿਹਾ, ਉਹ ਵੀ ਇੱਕ ਬਹੁਤ ਵੱਡਾ ਸਾਡੇ ਸਾਹਮਣੇ ਇੱਕ ਚੁਣੌਤੀ ਸੀ ਕਿ ਉਹਨਾਂ ਦੇ ਜਿਹੜੇ ਫੋਲੋਅਰ ਨੇ, ਜਿਹੜੇ ਉਹਨਾਂ ਦੇ ਭਾਵਨਾਵਾਂ ਨਾਲ ਜੁੜੇ ਹੋਏ ਲੋਕ ਨੇ, ਉਹਨਾਂ ਨੂੰ ਵੀ ਮੋਰਚੇ ਵਿੱਚ ਕਿਵੇਂ ਲੈ ਕੇ ਆਉਣਾ। ਜਾਂ ਉਸ ਤੋਂ ਬਾਅਦ ਜਿਹੜੇ ਲਗਾਤਾਰ ਲੋਕਾਂ 'ਤੇ ਕੇਸ ਕੀਤੇ ਜਾ ਰਹੇ ਨੇ, ਲੋਕਾਂ ਨੂੰ ਡਰਾਉਣ ਵਾਸਤੇ ਉਹਨਾਂ ਨੂੰ ਨੋਟਿਸ ਕੀਤੇ ਜਾ ਰਹੇ ਨੇ, ਜਿਵੇਂ ਸੁਖਪਾਲ ਸਿੰਘ ਖਹਿਰਾ ਨੂੰ ਈਡੀ ਦਾ ਛਾਪਾ ਪਿਆ, ਕਿਉਂਕਿ ਸੁਖਪਾਲ ਸਿੰਘ ਖਹਿਰਾ ਸਾਡੇ ਮਾਮਲੇ ਦੇ ਵਿੱਚ, ਨਵਰੀਤ ਦਾ ਮਾਮਲੇ 'ਚ ਸਭ ਤੋਂ ਵੋਕਲ ਸੀ ਔਰ ਸਭ ਤੋਂ ਅੱਗੇ ਹੋ ਕੇ ਉਹ ਸਾਡੇ ਨਾਲ ਖੜ੍ਹਾ ਹੋਇਆ। ਇਸ ਲਈ ਉਹਨੂੰ ਵੀ ਈਡੀ ਦਾ ਨੋਟਿਸ ਵੀ ਗਿਆ ਔਰ ਪੂਰੀ ਤਰ੍ਹਾਂ ਉਹਨੂੰ ਉਲਝਾ ਰੱਖਿਆ ਹੈ। ਇਹ ਸਾਰੀਆਂ ਪੋਜੀਸ਼ਨਾਂ ਤਾਂ ਪੈਦਾ ਹੋਈਆਂ ਕਿ ਮੋਰਚਾ ਕਮਜ਼ੋਰ ਹੋਇਆ 26 ਜਨਵਰੀ ਤੋਂ ਬਾਅਦ। ਅਸੀਂ ਉਸ ਨੂੰ ਮਜ਼ਬੂਤ ਕਰਨਾ ਹੈ। ਇਸ ਲਈ ਇੱਕ ਮੈਂ ਲੰਮਾ ਸਮਾਂ ਨਹੀਂ ਲੈਣਾ, ਅਸੀਂ ਇੱਕ ਮਾਰਚ ਰੱਖਿਆ ਹੈ 25 ਮਾਰਚ ਨੂੰ, ਮੋਗੇ ਤੋਂ ਲੈ ਕੇ ਸਿੰਘੂ ਬਾਰਡਰ ਤੱਕ, ਕੁੰਡਲੀ ਬਾਰਡਰ ਤੱਕ, ਜਿਹੜਾ ਅਸੀਂ ਨੌਜਵਾਨਾਂ ਦਾ ਵੱਡਾ ਕਾਫਲਾ ਲੈ ਕੇ ਸਿੰਘੂ ਬਾਰਡਰ ਪਹੁੰਚਣਾ ਹੈ। ਇਸ ਮਾਰਚ ਨੇ ਸਾਡੇ ਆਪਣੇ ਆਗੂਆਂ ਨੂੰ ਸੁਣਾ ਦੇਣਾ, ਜਿਹੜੇ ਇਸ ਤਰ੍ਹਾਂ ਦੀਆਂ ਸਟੇਟਮੈਂਟਾਂ ਦਿੰਦੇ ਨੇ ਕਿ ਅਸੀਂ ਬਹੁਤ ਥੋੜ੍ਹਾ ਕੁਛ ਲੈ ਕੇ ਵੀ ਮੰਨਣ ਲਈ ਰਾਜੀ, ਅਤੇ ਸਾਡੇ ਦੁਸ਼ਮਣਾਂ ਨੂੰ ਵੀ ਇਹ ਸੁਣਾ ਦੇਣਾ ਵੀ ਜੇ ਤੁਸੀਂ ਸਮਝਦੇ ਹੋ ਕਿ ਕਿਸਾਨ ਮੋਰਚੇ ਦੇ ਆਗੂਆਂ ਦੀ ਕੰਡ ਨੰਗੀ ਹੋ ਗਈ ਹੈ ਅਤੇ ਉਹਨਾਂ ਨੂੰ ਜਿਹੋ ਜਿਹੇ ਮਰਜ਼ੀ ਅਸੀਂ ਸਮਝੌਤਿਆਂ 'ਤੇ ਦਸਤਖਤ ਕਰਵਾ ਲਵਾਂਗੇ, ਅਤੇ ਅਸੀਂ ਐਸਾ ਹੋਣ ਨਹੀਂ ਦੇਵਾਂਗੇ। ਕਿਉਂਕਿ ਬਹੁਤ ਸ਼ਹਾਦਤਾਂ ਹੋਈਆਂ, ਬਹੁਤ ਸਰਮਾਇਆ ਲੱਗਿਆ ਔਰ ਮਹੀਨਿਆਂ ਬੱਧੀ ਲੋਕ, 100 ਦਿਨ ਤੋਂ ਜ਼ਿਆਦਾ ਵੱਧ ਲੋਕ ਉੱਥੇ ਮੋਰਚੇ ਦੇ ਵਿੱਚ ਬੈਠੇ ਹੋਏ ਨੇ, ਡਟੇ ਹੋਏ ਨੇ। ਉਹਨਾਂ ਨੇ ਬਹੁਤ ਵੱਡੀ ਕੁਰਬਾਨੀ। ਮੈਂ ਉਹ 300 ਲੋਕ ਜਿਹੜੇ ਸ਼ਹੀਦ ਹੋਏ ਨੇ, ਮੈਂ ਉਹਨਾਂ ਦੀ ਸ਼ਹਾਦਤ ਨੂੰ, ਨਵਰੀਤ ਦੀ ਸ਼ਹਾਦਤ ਤੋਂ ਕਿਵੇਂ ਵੀ ਘਟਾ ਕੇ ਨਹੀਂ ਵੇਖਦਾ। ਜਿਸ ਪਰਿਵਾਰ ਦਾ ਵੀ ਜੀ ਗਿਆ ਹੈ ਉਸ ਲਈ ਓਨਾ ਹੀ ਕੀਮਤੀ ਹੈ ਜਿੰਨਾ ਸਾਡੇ ਲਈ ਨਵਰੀਤ। ਇਸ ਲਈ ਇਹਨਾਂ ਸਾਰੀਆਂ ਸ਼ਹਾਦਤਾਂ ਨੂੰ ਜੇ ਅਸੀਂ ਕਿਸੇ ਥਾਂ ਪਾਉਣਾ ਹੈ ਅਤੇ ਉਹ ਇੱਕੋ ਇੱਕ ਜਗ੍ਹਾ ਹੈ ਕਿ ਅਸੀਂ ਮੋਰਚੇ ਤੋਂ ਜਿੱਤ ਕੇ ਵਾਪਸ, ਅਤੇ ਜਿੱਤਣ ਲਈ ਜ਼ਰੂਰੀ ਹੈ ਕਿ ਅਸੀਂ ਮੋਰਚੇ ਦੇ ਵਿੱਚ ਉਹ ਪ੍ਰਭਾਵ ਸਿਰਜੀਏ ਜਿਸ ਤਰ੍ਹਾਂ 26 ਤੋਂ ਪਹਿਲਾਂ ਲੋਕ ਮੋਰਚੇ ਦੇ ਨਾਲ ਸੀ, ਅੱਜ ਵੀ ਉਸੇ ਤਰ੍ਹਾਂ ਮੋਰਚੇ ਨਾਲ। ਇਸ ਲਈ ਸਭ ਤੋਂ ਪਹਿਲੀ ਤਾਂ ਮੇਰੀ ਇਹ ਅਪੀਲ ਹੈ ਤੁਹਾਨੂੰ ਕਿ ਅਸੀਂ ਜਿਹੜਾ ਮੋਗੇ ਤੋਂ ਮਾਰਚ ਲੈ ਕੇ ਚੱਲਣਾ ਹੈ 25 ਤਰੀਕ ਨੂੰ, ਸਭ ਤੋਂ ਵੱਧ ਤੁਸੀਂ ਇਸ ਪਟਿਆਲੇ ਦੇ ਲਾਗੇ ਬੰਨੇ ਦੇ ਏਰੀਏ ਦੇ ਵਿੱਚ ਤੁਸੀਂ ਸਾਨੂੰ ਸ਼ੰਭੂ ਬਾਰਡਰ 'ਤੇ ਜੁਆਇਨ ਕਰਨਾ ਹੈ। ਅਸੀਂ ਪਿੱਛੋਂ ਜਿਹੜੇ ਦੂਸਰੇ ਪਿਛਲੇ ਜ਼ਿਲ੍ਹੇ ਉਹਨਾਂ ਨੂੰ ਲੈ ਕੇ ਆਵਾਂਗੇ, ਸ਼ੰਭੂ ਬਾਰਡਰ ਤੋਂ ਤੁਸੀਂ ਜੁਆਇਨ ਕਰਨਾ ਹੈ। ਜੇ ਆਪਾਂ ਇਹ ਮੈਸੇਜ ਦੇਣ ਵਿੱਚ ਕਾਮਯਾਬ ਰਹੇ ਅਤੇ ਨਿਸ਼ਚਿਤ ਤੌਰ 'ਤੇ ਸਾਡੇ ਮੋਰਚੇ ਦੇ ਆਗੂਆਂ ਦੇ ਵਿੱਚ ਵੀ ਮਜ਼ਬੂਤੀ ਆਏਗੀ। ਜਿਹੜੇ ਉਹ ਇਸ ਤਰ੍ਹਾਂ ਦੇ ਬਿਆਨ ਦਿੰਦੇ ਹਨ, ਉਹ ਇਹਨਾਂ ਬਿਆਨਾਂ ਤੋਂ ਗੁਰੇਜ਼ ਕਰਨਗੇ ਔਰ ਸਾਡੀ ਦੁਸ਼ਮਣ ਧਿਰ ਨੂੰ ਵੀ ਇਹ ਸੁਨੇਹਾ ਜਾਏਗਾ ਕਿ ਜੇ ਉਹ ਇਹ ਸਮਝ ਕੇ ਮੋਰਚੇ ਦੇ ਆਗੂਆਂ ਨੂੰ ਦਬਾਅ ਥੱਲੇ ਲਿਆਉਣਾ ਚਾਹੁੰਦੇ ਆ ਕਿ ਇਹਨਾਂ ਦੇ ਨਾਲ ਲੋਕ ਨਹੀਂ ਹਨ, ਇਹਨਾਂ ਦੇ ਲਾਕ ਨੌਜਵਾਨ ਨਹੀਂ ਹਨ, ਅਤੇ ਉਹਨਾਂ ਨੂੰ ਵੀ ਅਸੀਂ ਇਹ ਸੁਨੇਹਾ ਦੇਣਾ ਕਿ ਮੋਰਚੇ ਦੇ ਨਾਲ ਉਸੇ ਤਰ੍ਹਾਂ ਨੌਜਵਾਨ ਵੀ ਹੈ, ਉਸੇ ਤਰ੍ਹਾਂ ਹੀ ਸਾਰੇ ਪੰਜਾਬ ਦੇ ਲੋਕ ਵੀ ਹਨ। ਇਸ ਲਈ ਮੇਰੀ ਬੇਨਤੀ ਹੈ ਕਿ ਆਪਾਂ 25 ਤਰੀਕ ਦੇ ਇਸ ਪ੍ਰੋਗਰਾਮ ਨੂੰ ਕਾਮਯਾਬ। ਦੂਸਰਾ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਅੱਜ 7 ਤਰੀਕ ਤੋਂ ਬਾਅਦ ਬਹੁਤ ਕੁਝ ਬਦਲਿਆ ਹੈ, ਬੜੀ ਪੋਜ਼ੀਟਿਵਿਟੀ ਆਈ, ਪਰ ਅਜੇ ਵੀ ਕੁਝ ਲੋਕ ਹਨ ਜਿਹੜੇ ਸ਼ਰਾਰਤਾਂ ਕਰਦੇ ਹਨ। ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਅੱਜ ਦੀ ਤਰੀਕ ਵਿੱਚ ਮੋਰਚੇ ਨੂੰ ਕਮਜ਼ੋਰ ਕਰਨ ਵਾਸਤੇ, ਮੋਰਚੇ ਦੇ ਆਗੂਆਂ ਦੀ ਪੋਜੀਸ਼ਨ ਨੂੰ ਕਮਜ਼ੋਰ ਕਰਨ ਵਾਸਤੇ ਕੋਈ ਵੀ ਕਿਸੇ ਤਰ੍ਹਾਂ ਦਾ ਵੀ, ਭਾਵੇਂ ਕਿੰਨੀਆਂ ਹੀ ਪਰਤਾਂ ਵਿੱਚ ਲਪੇਟ ਕੇ ਉਹ ਬਿਆਨ ਦੇਵੇ, ਗੱਲ ਸਾਹਮਣੇ ਆ ਜਾਂਦੀ, ਉਹਦੀ ਮਨਸ਼ਾ ਪਤਾ ਲੱਗ ਜਾਂਦੀ। ਉਹਨਾਂ ਨੂੰ ਗੁਰੇਜ਼ ਕਰਨਾ ਚਾਹੀਦਾ। ਅੱਜ ਜਿਹੜਾ ਵੀ ਬੰਦਾ ਮੋਰਚੇ ਦੇ ਆਗੂਆਂ ਨੂੰ ਕਮਜ਼ੋਰ ਕਰਨ ਲਈ ਜਾਂ ਮੋਰਚੇ ਦੇ ਆਗੂਆਂ 'ਤੇ ਸਵਾਲ ਖੜੇ ਕਰਦਾ ਹੈ ਅਤੇ ਉਹ ਮੋਰਚੇ ਨੂੰ ਕਮਜ਼ੋਰ ਕਰਦਾ ਹੈ, ਉਹਨਾਂ ਨੂੰ ਆਪਣੇ ਬਿਆਨਾਂ 'ਤੇ ਫਿਰ ਵਿਚਾਰ ਕਰਨਾ ਚਾਹੀਦਾ ਹੈ, ਆਪਣੀ ਪੋਜੀਸ਼ਨ ਕਲੀਅਰ ਕਰਨੀ ਚਾਹੀਦੀ ਹੈ ਕਿ ਉਹ ਮੋਰਚੇ ਦੇ ਨਾਲ ਨੇ ਜਾਂ ਮੋਰਚੇ ਦੇ ਵਿਰੋਧ ਵਿੱਚ।
ਸੋ ਮੈਂ ਬਹੁਤਾ ਲੰਮਾ ਸਮਾਂ ਨਹੀਂ ਤੁਹਾਡਾ ਲੈਣਾ, ਕਿਉਂਕਿ ਮੈਂ ਬਠਿੰਡਾ ਜਾਣਾ ਹੈ, ਉੱਥੇ ਵੀ ਇਸੇ ਸੰਬੰਧ ਵਿੱਚ ਮੀਟਿੰਗ ਹੈ। ਆਪਾਂ ਸਾਰਿਆਂ ਨੇ ਮੋਰਚੇ ਨੂੰ ਮਜ਼ਬੂਤ ਕਰਨਾ ਹੈ। ਸਾਡੀ ਪਹਿਲੀ ਜ਼ਰੂਰਤ ਮੋਰਚੇ ਦੀ ਮਜ਼ਬੂਤੀ ਹੈ। ਜੇ ਅਸੀਂ ਜਿੱਤ ਕੇ ਆਵਾਂਗੇ ਤੇ ਜਿੰਨੇ ਵੀ ਇਹ ਸਾਡੇ ਖਿਲਾਫ ਪਰਚੇ ਹੋਏ ਨੇ, ਜਿੰਨੇ ਵੀ ਸਾਨੂੰ ਨੋਟਿਸ ਹੋਏ ਆਏ ਨੇ, ਅਰਥਹੀਨ ਹੋ ਜਾਣਗੇ। ਤੇ ਜੇ ਖੁਦਾ ਨਾ ਖਾਸਤਾ ਅਸੀਂ ਮੋਰਚੇ ਤੋਂ ਕੁਝ ਨਾ ਲੈ ਕੇ ਵਾਪਸ ਆਏ ਤੇ ਵੇਲਣੇ ਵਿੱਚ ਦੀ ਪੀੜ ਦੇਣਗੇ ਲੋਕ ਪੰਜਾਬ ਨੂੰ। ਤੁਸੀਂ ਇਹਨਾਂ ਦਾ ਇਤਿਹਾਸ ਸ਼ਾਇਦ ਉਹਨਾਂ ਨਹੀਂ ਜਾਣਦੇ ਜਿੰਨੇ ਇਹ ਕ੍ਰਿਮੀਨਲ ਲੋਕ ਨੇ ਜਿਨ੍ਹਾਂ ਦੇ ਹੱਥ ਪਾਵਰ ਆਈ। ਅਨਐਲਾਨੀ ਐਮਰਜੈਂਸੀ ਹੈ ਸਾਡੇ ਦੇਸ਼ ਦੇ ਵਿੱਚ, ਜ਼ੁਬਾਨਬੰਦੀ ਹੈ, ਕੋਈ ਆਪਣੀ ਆਵਾਜ਼ ਨਹੀਂ ਉਠਾ ਸਕਦਾ, ਆਪਣੇ ਹੱਕਾਂ ਦੀ ਗੱਲ ਨਹੀਂ ਕਰ ਸਕਦਾ। ਇਹੋ ਜਿਹੇ ਹਾਲਾਤਾਂ ਵਿੱਚ ਜੇ ਸਾਡੇ ਵੱਲੋਂ ਕਮਜ਼ੋਰੀ ਰਵੇ ਔਰ ਅਸੀਂ ਮੋਰਚਾ ਜਿੱਤ ਕੇ ਨਾ ਆਈਏ ਤਾਂ ਫਿਰ ਤੁਸੀਂ ਤਿਆਰ ਰਹੋ ਵੀ ਅਗਲਾ ਹਮਲਾ ਜਿਹੜਾ ਹੋਏਗਾ ਉਹਨੂੰ ਤੁਸੀਂ ਝੱਲ ਨਹੀਂ ਸਕਣਾ। ਜਿਹੜੇ ਅੱਜ ਤੱਕ ਨੋਟਿਸ ਨੇ ਨਾ, ਇਹ ਇੰਪਲੀਮੈਂਟ ਹੋਣਗੇ, ਫਿਰ ਤੁਹਾਨੂੰ ਜੇਲ੍ਹਾਂ 'ਚ ਜਾਣਾ ਪਏਗਾ ਔਰ ਤੁਹਾਡੀਆਂ ਜ਼ਮਾਨਤਾਂ ਤੱਕ ਨਹੀਂ ਹੋਣੀ। ਇਸ ਲਈ ਮੈਂ ਬੇਨਤੀ ਕਰਦਾ ਕਿ ਸਾਡਾ ਜਿਹੜਾ ਪਰਿਵਾਰਕ ਘਾਟਾ ਹੈ ਉਹ ਪੂਰਾ ਨਹੀਂ ਹੋਣਾ। ਸਾਡੀ ਜ਼ਿੰਦਗੀ ਨਵਰੀਤ ਤੋਂ ਬਗੈਰ ਗੁਜ਼ਰਨੀ ਹੈ। ਅਸੀਂ ਪਰਿਵਾਰ ਨੇ ਉਹਦੀਆਂ ਯਾਦਾਂ ਨਾਲ ਜਿਉਣਾ ਹੈ, ਪਰ ਉਸ ਦੀ ਸ਼ਹਾਦਤ ਜਾਂ ਉਸ ਤਰ੍ਹਾਂ ਦੇ 300 ਲੋਕਾਂ ਦੀ ਸ਼ਹਾਦਤ ਜਾਂ ਮੋਰਚੇ ਦੇ ਆਗੂਆਂ ਦੀ ਜਿਹੜੀ ਲੜਾਈ ਹੈ, ਉਹਨਾਂ ਦੀ ਜਿਹੜੀ ਉਹਨਾਂ ਦੀ ਮਿਹਨਤ ਹੈ। ਮੈਂ ਇੱਕ ਗੱਲ ਕਹਿਣਾ ਕਦੀ ਨਹੀਂ ਭੁੱਲਦਾ ਵੀ ਬੇਸ਼ੱਕ ਮੋਰਚੇ ਦੇ ਆਗੂਆਂ ਵਿੱਚ 100 ਕਮਜ਼ੋਰੀਆਂ ਹੋਣਗੀਆਂ, ਪਰ ਜਿਹੜੀ ਜਿੱਤ ਮੋਰਚੇ ਦੇ ਆਗੂਆਂ ਨੂੰ ਸਾਨੂੰ ਟੇਬਲ 'ਤੇ ਦਵਾਈ ਆ, ਅੱਜ ਤੋਂ ਪਹਿਲਾਂ ਕਦੀ ਪੰਜਾਬ ਦੇ ਆਗੂਆਂ ਨੂੰ ਸਾਨੂੰ ਟੇਬਲ 'ਤੇ ਨਹੀਂ ਜਿੱਤ ਦਵਾਈ। ਅਸੀਂ ਜੰਗ ਦੇ ਮੈਦਾਨ ਵਿੱਚ ਜਿੱਤੇ ਹਾਂ, ਅਸੀਂ ਹਥਿਆਰਾਂ ਨਾਲ ਜਿੱਤੇ ਹਾਂ, ਪਰ ਅਸੀਂ ਟੇਬਲ 'ਤੇ ਹਾਰੇ ਹਾਂ। ਇਹ ਪਹਿਲੀ ਵਾਰ ਹੈ ਕਿ ਸਾਡੇ ਆਗੂਆਂ ਨੇ ਸਾਨੂੰ ਟੇਬਲ 'ਤੇ ਜਿਤਾਇਆ। ਜਿਹੜੀ ਉਹਨਾਂ ਦੇ ਗੁਣ ਨੇ ਜਿਹੜੇ, ਸਾਨੂੰ ਉਹਨਾਂ ਦੀ ਵੀ ਗੱਲ ਕਰਨੀ ਚਾਹੀਦੀ। ਜੇ ਕੋਈ ਸਾਡੇ ਅੰਦੋਲਨ ਦੇ ਆਗੂਆਂ ਦੀ ਕਮਜ਼ੋਰੀ ਹੈ ਤੇ ਉਹ ਸਾਨੂੰ ਪਰਦੇ ਪਿੱਛੇ ਬਹਿ ਕੇ ਉਹਨਾਂ ਨਾਲ ਗੱਲ ਕਰਨੀ। ਜਿਹੜੇ ਉਹਨਾਂ ਦੇ ਗੁਣ ਨੇ ਉਹਨਾਂ ਨੂੰ ਸਾਰਵਜਨਿਕ ਤੌਰ 'ਤੇ ਸਾਨੂੰ ਕਹਿਣਾ ਚਾਹੀਦਾ। ਇਸ ਲਈ ਮੈਂ ਧੰਨਵਾਦੀ ਹਾਂ ਇਹਨਾਂ ਸਾਰੀਆਂ ਜਥੇਬੰਦੀਆਂ ਦੇ ਆਗੂਆਂ ਦਾ, ਜਿਨ੍ਹਾਂ ਨੇ ਮੇਰਾ ਮਾਣ ਰੱਖਿਆ, ਨਵਰੀਤ ਦੀ ਸ਼ਹਾਦਤ ਦਾ ਮਾਣ ਰੱਖਿਆ ਹੈ ਔਰ ਇੱਕ ਦੂਜੇ ਦੀਆਂ ਸਟੇਜਾਂ 'ਤੇ ਜਾਣਾ ਸ਼ੁਰੂ ਕੀਤਾ ਹੈ। ਫੂਲ ਸਾਹਿਬ ਸੰਗਰੂਰ ਗਏ ਨੇ ਮੇਰੇ ਕਹਿਣ 'ਤੇ, ਔਰ ਇਹ ਬਹੁਤ ਵੱਡਾ ਸੁਨੇਹਾ ਹੈ। ਅੱਜ ਵੀ ਤੁਸੀਂ ਸਾਰੇ ਲੋਕ ਜਿੰਨੇ ਵੇਖ ਰਹੇ ਹੋ ਇੱਕ ਮੰਚ 'ਤੇ ਆਏ ਨੇ, ਇੱਕ ਸੁਨੇਹੇ ਨੇ ਉਹਨਾਂ ਸਾਡੇ ਦੁਸ਼ਮਣਾਂ ਨੂੰ ਕਿ ਸਾਡੀ ਜਿਹੜੀ ਅਗਵਾਈ ਕਰ ਰਹੀ ਧਿਰ ਹੈ ਉਹ ਇਕਜੁੱਟ ਹੈ, ਉਹਨਾਂ ਵਿੱਚ ਕੋਈ ਆਪਸ ਵਿੱਚ ਵਿਰੋਧ ਨਹੀਂ ਹੈਗਾ। ਅਤੇ ਨੌਜਵਾਨ 25 ਤਰੀਕ ਨੂੰ ਆਪਾਂ ਇਹ ਵੱਡਾ ਸੁਨੇਹਾ ਦੇ ਦਾਂਗੇ ਕਿ ਨੌਜਵਾਨ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਕਿ ਮੋਰਚੇ ਨਾਲੋਂ ਨਿਰਾਸ਼ ਹੋ ਕੇ ਵਾਪਸ ਚਲੇ ਗਿਆ, ਉਹ ਉਹਨਾਂ ਦੇ ਮੋਰਚੇ ਦੇ ਨਾਲ ਉਸੇ ਚੜ੍ਹਤ ਨਾਲ ਜਿਹੜੀ 26 ਜਨਵਰੀ ਤੋਂ ਪਹਿਲਾਂ ਸੀ ਅੱਜ ਫਿਰ ਸ਼ਾਮਲ ਹੋਣਾ। ਮੈਂ ਬਹੁਤਾ ਕੁਛ ਨਾ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ। ਤੁਸੀਂ ਨਵਰੀਤ ਦੀ ਸ਼ਹਾਦਤ ਨੂੰ ਮਾਣ ਦਿੱਤਾ, ਪਰਿਵਾਰ ਦੇ ਨਾਲ ਖੜ੍ਹੇ ਹੋਏ, ਅੱਜ ਮੈਨੂੰ ਤੁਸੀਂ ਮਾਣ ਦਿੱਤਾ। ਇਹਨਾਂ ਹੀ ਲਫ਼ਜ਼ਾਂ ਨਾਲ ਤੁਹਾਡੇ ਸਾਰੇ ਪ੍ਰਬੰਧਕਾਂ ਦਾ ਵੀ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜਿਆ ਹਰ ਮੁੱਦਾ, ਹਰ ਖਬਰ ਨਿਰਪੱਖ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਤੁਸੀਂ ਵੀ ਦੇਵੋ ਸਾਡਾ ਸਾਥ। ਤਾਂ ਹੁਣੇ ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਤੇ ਅਤੇ ਫੋਲੋ ਕਰੋ ਇੰਸਟਾ ਅਤੇ ਟਵਿੱਟਰ ਤੇ ਨਿਰਪੱਖ ਪੋਸਟ, ਖਬਰ ਦੀ ਨਿਰਪੱਖ ਆਵਾਜ਼। ਵਿਜ਼ਿਟ ਕਰੋ www.nirpakhpost.com।